ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਪੰਜਾਬ ਜੋਬ ਟਾਰਗੇਟ ਦੇ YouTube ਚੈਨਲ ਤੇ। ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਪੋਲਿਟੀ ਦੇ ਵੈਰੀ ਇੰਪੋਰਟੈਂਟ ਕੁਐਸਚਨਸ ਜਿਨ੍ਹਾਂ ਨੂੰ ਆਪਾਂ ਬਹੁਤ ਚੰਗੀ ਤਰ੍ਹਾਂ ਐਕਸਪਲੇਨ ਕਰਾਂਗੇ ਤੁਹਾਡੇ ਸਾਹਮਣੇ। ਸੋ ਕਾਪੀ ਪੈਨ ਲੈ ਕੇ ਬੈਠੋ ਤਾਂ ਕਿ ਜੋ ਐਕਸਪਲੇਨੇਸ਼ਨ ਮੈਂ ਦੇਵਾਂ ਉਹ ਤੁਸੀਂ ਲਿਖ ਸਕੋ ਕਾਪੀ ਤੇ। ਤੇ ਦੂਜਾ ਬਹੁਤ ਇੰਪੋਰਟੈਂਟ ਨੇ, ਪੇਪਰ ਦੇ ਵਿੱਚ ਪੁੱਛੇ ਜਾ ਰਹੇ ਨੇ ਬੇਸਿਕ ਪਲੱਸ ਐਡਵਾਂਸ, ਠੀਕ ਹੈ। ਤਾਂ ਸਭ ਤੋਂ ਪਹਿਲਾ ਕੁਐਸਚਨ ਹੈ, ਭਾਰਤੀ ਸੰਵਿਧਾਨ ਦੇ ਪਿਤਾਮਾ ਕਿਹਨੂੰ ਕਿਹਾ ਜਾਂਦਾ ਹੈ? ਕਿ ਭਾਰਤ ਦੇ ਸੰਵਿਧਾਨ ਦੇ ਫਾਦਰ ਕਿਹਨੂੰ ਕਿਹਾ ਜਾਂਦਾ ਹੈ? ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਕਿਹਨੂੰ ਕਿਹਾ ਜਾਂਦਾ ਹੈ? ਪਹਿਲਾ ਕੁਐਸਚਨ ਹੈ ਜੀ ਡਾਕਟਰ ਆਰ ਕੇ ਸਿਨਹਾ, ਦੂਜਾ ਆਪਸ਼ਨ ਡਾਕਟਰ ਬੀ ਆਰ ਅੰਬੇਡਕਰ, ਥਰਡ ਹੈ ਜੀ ਡਾਕਟਰ ਰਾਜਿੰਦਰ ਪ੍ਰਸਾਦ ਤੇ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਤਾਂ ਦੇਖੋ, ਪਿਤਾਮਾ ਦੀ ਜਦੋਂ ਵੀ ਗੱਲ ਆਵੇ ਜਾਂ ਇੰਡੀਅਨ ਕਨਸਟੀਟਿਊਸ਼ਨ 'ਚ ਸਭ ਤੋਂ ਵੱਡਾ ਜਿਹੜਾ ਰੋਲ ਅਦਾ ਕਰਿਆ ਸੀਗਾ ਉਹ ਕਰਿਆ ਸੀਗਾ ਡਾਕਟਰ ਬੀ ਆਰ ਅੰਬੇਡਕਰ ਨੇ, ਠੀਕ ਹੈ ਜੀ। ਡਾਕਟਰ ਬੀ ਆਰ ਅੰਬੇਡਕਰ ਉਸ ਟਾਈਮ ਸਭ ਤੋਂ ਜ਼ਿਆਦਾ ਜਿਹੜੇ ਐਜੂਕੇਟਿਡ ਪਰਸਨ ਸੀਗੇ, ਸਾਰੇ ਤੋਂ ਜ਼ਿਆਦਾ ਐਜੂਕੇਸ਼ਨ ਜਿਹੜੀ ਸੀਗੀ ਉਹ ਕਿਹਦੇ ਕੋਲੇ ਸੀਗੀ? ਡਾਕਟਰ ਬੀ ਆਰ ਅੰਬੇਡਕਰ ਕੋਲੇ ਸੀਗੀ, ਠੀਕ ਹੈ। ਤੇ ਇੱਕ ਉਸ ਟਾਈਮ ਤੇ ਤੁਸੀਂ ਐਵੇਂ ਦੇਖ ਲਓ ਕਿ ਲੋਅਰ ਕਾਸਟ ਨੂੰ ਕਿੰਨਾ ਜ਼ਿਆਦਾ ਤੁੱਛ ਸਮਝਿਆ ਜਾਂਦਾ ਸੀਗਾ, ਬਟ ਫਿਰ ਵੀ ਡਾਕਟਰ ਬੀ ਆਰ ਅੰਬੇਡਕਰ ਉਸ ਟਾਈਮ ਦੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਇਨਸਾਨ ਸੀਗੇ। ਸੋ ਇਸ ਕਰਕੇ ਕਹਿੰਦੇ ਆ ਕਿ ਸਟੱਡੀ ਜਿਹੜੀ ਹੁੰਦੀ ਹੈ ਨਾ, ਜਿਹਨੇ ਜੋ ਵੀ ਕਰਨਾ ਹੁੰਦਾ ਉਹ ਪਰਸਨ ਉਹ ਕਰ ਹੀ ਜਾਂਦਾ ਹੈ, ਉਹਦੇ ਪਿੱਛੇ ਕਿਸੇ ਦਾ ਵੀ ਕੋਈ ਉਹ ਨਹੀਂ ਹੁੰਦਾ, ਠੀਕ ਹੈ ਜੀ। ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਨੈਕਸਟ ਕੁਐਸਚਨ ਹੈ, ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ? ਤਾਂ ਦੇਖੋ, ਸੰਵਿਧਾਨ ਸਭਾ ਦੀ ਪਹਿਲੀ ਬੈਠਕ ਹੋਈ ਸੀਗੀ ਜੀ 9 ਦਸੰਬਰ 1946 ਨੂੰ, ਠੀਕ ਹੈ। 9 ਦਸੰਬਰ 1946 ਨੂੰ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਹੋਈ ਸੀਗੀ। ਸੰਵਿਧਾਨ ਬਣਿਆ ਸੀਗਾ ਜੀ ਕੈਬਨਿਟ ਮਿਸ਼ਨ ਦੇ ਆਧਾਰ ਤੇ। ਕੈਬਨਿਟ ਮਿਸ਼ਨ ਇੰਡੀਆ ਆਇਆ ਸੀਗਾ। ਤਾਂ ਤੁਹਾਡੇ ਤੋਂ ਪੁੱਛਿਆ ਜਾਏ ਕਿ ਸੰਵਿਧਾਨ ਸਭਾ ਦਾ ਗਠਨ ਕਿਹੜੇ ਮਿਸ਼ਨ ਦੇ ਬੇਸ ਤੇ ਹੋਇਆ ਸੀ? ਤਾਂ ਕੈਬਨਿਟ ਮਿਸ਼ਨ ਦੇ ਬੇਸ ਤੇ ਹੋਇਆ ਸੀਗਾ, ਠੀਕ ਹੈ। ਪਹਿਲੀ ਬੈਠਕ ਹੋਈ ਸੀ 9 ਦਸੰਬਰ 1946 ਨੂੰ। ਤੇ ਜਿਹੜੇ ਇਸ ਸਦਨ ਦੇ ਸਭ ਤੋਂ ਬਜ਼ੁਰਗ ਸਦੱਸਿਆ ਸੀਗੇ, ਠੀਕ ਹੈ, ਡਾਕਟਰ ਸਚਿਦਾਨੰਦ ਸਿਨਹਾ, ਉਹਨਾਂ ਨੂੰ ਅਸਥਾਈ ਅਧਿਕਸ਼ ਚੁਣਿਆ ਗਿਆ ਸੀਗਾ, ਯਾਨੀ ਟੈਂਪਰੇਰੀ ਮਤਲਬ ਅਧਿਕਸ਼ ਬਣਾਇਆ ਗਿਆ ਸੀਗਾ। ਕਿਹਨੂੰ? ਡਾਕਟਰ ਸਚਿਦਾਨੰਦ ਸਿਨਹਾ ਨੂੰ। 9 ਦਸੰਬਰ 1946 ਨੂੰ ਪਹਿਲੀ ਬੈਠਕ ਹੋਈ ਸੀਗੀ। ਇਸ ਬੈਠਕ ਦਾ ਇਹ ਹੋਈ ਸੀਗੀ ਦਿੱਲੀ ਦੇ ਕੌਂਸਲ ਚੈਂਬਰ ਦੇ ਪੁਸਤਕਾਲਿਆ ਭਵਨ ਦੇ ਵਿੱਚ, ਠੀਕ ਹੈ, ਜਿਹਦਾ ਮੁਸਲਮਾਨਾਂ ਯਾਨੀ ਕਿ ਜਿਹੜੇ ਪਾਕਿਸਤਾਨ ਦੇ ਦੀ ਮੰਗ ਰੱਖਦੇ ਸੀਗੇ ਮੁਸਲਮਾਨਾਂ ਨੇ ਬਹੁਤ ਜ਼ਿਆਦਾ ਇੱਥੇ ਰੌਲਾ ਪਾਇਆ ਤੇ ਇਸ ਸਭਾ ਨੂੰ ਪੂਰੀ ਤਰ੍ਹਾਂ ਇਹਦਾ ਬਹਿਸ਼ਕਾਰ ਕੀਤਾ ਸੀਗਾ। ਤਾਂ ਠੀਕ ਹੈ, ਤੇ ਉਦੋਂ ਹੀ ਜਿਹੜੀ ਹੈ ਉਹਨਾਂ ਨੇ ਆਪਦੀ ਜਿਹੜਾ ਕਨਸਟੀਟਿਊਸ਼ਨ ਅਸੈਂਬਲੀ ਹੈ ਉਹ ਅੱਡ ਕਰ ਲਈ ਸੀਗੀ। 13 ਦਸੰਬਰ 1946 ਨੂੰ ਸੈਕਿੰਡ ਮੀਟਿੰਗ ਹੋਈ ਸੀ। ਇਹ ਵੀ ਖਿਆਲ ਰੱਖਿਓ, ਇੱਥੇ ਪਰਮਾਨੈਂਟ ਚੇਅਰਪਰਸਨ ਦੀ ਨਿਯੁਕਤੀ ਹੋ ਗਈ ਸੀਗੀ। ਪਰਮਾਨੈਂਟ ਚੇਅਰਪਰਸਨ ਚੁਣੇ ਗਏ ਸੀਗੇ ਡਾਕਟਰ ਰਾਜਿੰਦਰ ਪ੍ਰਸਾਦ, ਪਰਮਾਨੈਂਟ ਸਥਾਈ ਅਧਿਕਸ਼ ਡਾਕਟਰ ਰਾਜਿੰਦਰ ਪ੍ਰਸਾਦ। ਨੈਕਸਟ ਹੈ ਜੀ, ਵਿਸ਼ਵ ਦਾ ਸਭ ਤੋਂ ਵਿਸਤ੍ਰਿਤ ਲਿਖਿਤ ਸੰਵਿਧਾਨ ਕਿਸ ਦੇਸ਼ ਦਾ ਹੈ? ਤਾਂ ਦੇਖੋ, ਭਾਰਤ ਦਾ ਓਬਵੀਅਸ ਜੀ ਗੱਲ ਹੈ ਜੀ। ਅਮਰੀਕਾ, ਭਾਰਤ, ਕੈਨੇਡਾ, ਬ੍ਰਿਟੇਨ, 4 ਆਪਸ਼ਨ ਦੇ ਰੱਖੇ ਨੇ। ਪਰ ਵਿਸ਼ਵ ਦਾ ਸਭ ਤੋਂ ਜਿਹੜਾ ਵਿਸਤ੍ਰਿਤ ਸੰਵਿਧਾਨ ਹੈਗਾ ਉਹ ਕਿਹੜੀ ਕੰਟਰੀ ਦਾ ਹੈਗਾ ਜੀ? ਉਹ ਹੈਗਾ ਜੀ ਭਾਰਤ ਦਾ, ਕਿਉਂਕਿ ਭਾਰਤ ਨੇ ਬਹੁਤ ਸਾਰੀ ਕੰਟਰੀਜ਼ ਦਾ ਸੰਵਿਧਾਨ ਪੜ੍ਹ ਕੇ ਆਪਦਾ ਸੰਵਿਧਾਨ ਬਣਾਇਆ ਸੀ। ਤੇ ਦੂਜੀ ਗੱਲ, ਵਿਸਤ੍ਰਿਤ ਹੋਣ ਦਾ ਰੀਜ਼ਨ ਇਹ ਹੈ ਕਿ ਭਾਰਤ ਵਿੱਚ ਬਹੁਤ ਧਰਮਾਂ ਦੇ ਲੋਕ ਰਹਿੰਦੇ ਨੇ। ਤੀਜੀ ਗੱਲ ਇਹ ਹੈ ਕਿ ਏਰੀਆ ਵਾਈਜ਼ ਜੇ ਅਗਰ ਆਪਾਂ ਗੱਲ ਕਰੀਏ ਤਾਂ ਭਾਰਤ ਨੇ ਹਰ ਇੱਕ ਧਰਮ ਦੇ ਲੋਕ ਨੂੰ ਧਿਆਨ ਰੱਖ ਕੇ ਦੇਖਿਆ ਕਿ ਸੰਵਿਧਾਨ ਦੇ ਵਿੱਚ ਕੁਛ ਨਾ ਕੁਛ ਹਰ ਧਰਮ ਦੇ ਲੋਕ ਵਾਸਤੇ ਹੋਣਾ ਚਾਹੀਦਾ ਹੈ। ਤੇ ਦੂਜੀ ਗੱਲ ਇਹ ਕਿ ਈਜ਼ੀ ਬਣਾਉਣ ਵਾਸਤੇ ਉਹਨੂੰ ਬਹੁਤ ਜ਼ਿਆਦਾ ਵਿਸਤਾਰ ਰੂਪ ਦਿੱਤਾ ਗਿਆ। ਤਾਂ ਭਾਰਤ ਦਾ ਸੰਵਿਧਾਨ ਸਭ ਤੋਂ ਵੱਡਾ ਲਿਖਿਤ ਸੰਵਿਧਾਨ ਹੈ। ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ, ਸੰਵਿਧਾਨ ਸਭਾ ਦਾ ਪਹਿਲਾ ਮੁਖੀ ਕੌਣ ਸੀ? ਯਾਨੀ ਕਿ ਪਹਿਲਾ ਮੁਖੀ ਪੁੱਛਿਆ ਜਾਏ ਤਾਂ ਦੇਖੋ, ਇੱਥੇ ਡਾਕਟਰ ਸਚਿਦਾਨੰਦ ਸਿਨਹਾ ਦਾ ਆਪਸ਼ਨ ਨਹੀਂ ਹੈਗਾ। ਰਾਜਿੰਦਰ ਪ੍ਰਸਾਦ, ਆਰ ਕੇ ਸਿਨਹਾ, ਆਰ ਕੇ ਨਹੀਂ, ਡਾਕਟਰ ਸਚਿਦਾਨੰਦ ਸਿਨਹਾ ਹੋਣਾ ਚਾਹੀਦਾ ਹੈ। ਡਾਕਟਰ ਬੀ ਆਰ ਅੰਬੇਡਕਰ ਉਪਰੋਕਤ ਵਿੱਚੋਂ ਕੋਈ ਨਹੀਂ। ਫਿਰ ਜੇ ਡਾਕਟਰ ਸਚਿਦਾਨੰਦ ਸਿਨਹਾ ਦਾ ਆਪਸ਼ਨ ਨਹੀਂ ਹੈਗਾ, ਕਿਉਂਕਿ ਪਹਿਲੇ ਮੁਖੀ ਤਾਂ ਉਹੀ ਸੀ, ਚਾਹੇ ਟੈਂਪਰੇਰੀ ਹੋਣ ਚਾਹੇ ਪਰਮਾਨੈਂਟ ਹੋਣ, ਬਟ ਇੱਥੇ ਰਾਜਿੰਦਰ ਪ੍ਰਸਾਦ ਦਾ ਆਪਸ਼ਨ ਹੈ। ਤਾਂ ਆਨਸਰ ਕੀ ਆਊਗਾ? ਡਾਕਟਰ ਰਾਜਿੰਦਰ ਪ੍ਰਸਾਦ, ਠੀਕ ਹੈ ਜੀ। ਚਲੋ ਜੀ, ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਭਾਰਤੀ ਸੰਵਿਧਾਨ ਦਾ ਮਹੱਤਵਪੂਰਨ ਸਰੋਤ ਕਿਹੜਾ ਹੈ? ਯਾਨੀ ਕਿ ਭਾਰਤੀ ਸੰਵਿਧਾਨ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਮੀਨਿੰਗ ਰੱਖਦੀ ਹੈ ਉਹ ਕਿਹੜੀ ਹੈ? ਯਾਨੀ ਕਿ ਕਿੱਥੋਂ ਜ਼ਿਆਦਾ ਲਿਆ ਗਿਆ? ਆਪਾਂ ਨੂੰ ਪਤਾ ਹੈ ਕਿ ਜਿਹੜਾ ਭਾਰਤੀ ਸੰਵਿਧਾਨ ਹੈ ਉਹ ਬਹੁਤ ਸਾਰੇ ਦੇਸ਼ਾਂ ਦੇ ਸੰਵਿਧਾਨ ਨੂੰ ਮਤਲਬ ਸਿਲੈਕਟ ਕਰਕੇ ਲਿਆ ਗਿਆ, ਪਰ ਸਭ ਤੋਂ ਜ਼ਿਆਦਾ ਅਸਰ ਕਿਹਦਾ ਪਿਆ? ਅਮਰੀਕਾ ਦੇ ਸੰਵਿਧਾਨ ਦਾ, ਬ੍ਰਿਟੇਨ ਦੇ ਸੰਵਿਧਾਨ ਦਾ, ਕੈਨੇਡਾ ਦੇ ਸੰਵਿਧਾਨ ਦਾ, ਜਾਂ 1935 ਦੇ ਭਾਰਤ ਸਰਕਾਰ ਐਕਟ ਦਾ? ਤਾਂ ਇਹਦਾ ਜਿਹੜਾ ਸਹੀ ਆਨਸਰ ਆਊਗਾ ਉਹ ਆਊਗਾ ਜੀ 1935 ਦਾ ਐਕਟ। ਇਹ ਇੰਨਾ ਇੰਪੋਰਟੈਂਟ ਸੀ ਕਿ ਇਹਦੇ ਵਿੱਚੋਂ 300 ਆਰਟੀਕਲ ਐਵੇਂ ਦੇ ਐਵੇਂ ਹੀ ਚੱਕ ਲਏ ਗਏ ਸੀਗੇ, ਐਵੇਂ ਦੇ ਐਵੇਂ ਹੀ ਚੱਕ ਕੇ
ਇੰਡੀਅਨ ਕਨਸਟੀਟਿਊਸ਼ਨ ਵਿੱਚ ਰੱਖ ਗਏ ਸੀ। ਹੁਣ ਤੁਸੀਂ ਸੋਚਦੇ ਹੋਗੇ ਕਿ ਭਾਈ ਇਹ 1935 ਦਾ ਐਕਟ ਆਇਆ ਕਿੱਥੋਂ? ਇਹ 1935 ਦਾ ਐਕਟ ਭਾਰਤ ਦੇ ਵਿੱਚ ਅੰਗਰੇਜ਼ ਹੀ ਲੈ ਕੇ ਆਏ ਸੀਗੇ, ਸਮਝ ਆਈ ਹੈ? ਤਾਂ ਅੰਗਰੇਜ਼ਾਂ ਦੇ ਹੀ ਬਣਾਏ ਹੋਏ ਰੂਲ ਰੈਗੂਲੇਸ਼ਨ ਸੀਗੇ ਇਹਦੇ ਵਿੱਚ। ਉਸ ਤੋਂ ਬਾਅਦ ਨੈਕਸਟ ਕੁਐਸਚਨ, ਭਾਰਤ ਦੇ ਸੰਵਿਧਾਨ ਵਿੱਚ ਕੁੱਲ ਕਿੰਨੀਆਂ ਅਨੁਸੂਚੀਆਂ ਨੂੰ ਸ਼ਾਮਲ ਕੀਤਾ ਗਿਆ ਸੀਗਾ? ਯਾਨੀ ਕਿ ਸਟਾਰਟਿੰਗ ਤੋਂ ਕਿੰਨੀਆਂ ਅਨੁਸੂਚੀਆਂ ਸੀਗੀਆਂ? ਦੇਖੋ ਸਟਾਰਟਿੰਗ ਤੋਂ ਘੱਟ ਸੀਗੀਆਂ, ਸਟਾਰਟਿੰਗ ਤੋਂ ਕਿੰਨੀਆਂ ਅਨੁਸੂਚੀਆਂ ਸੀ? 8, ਠੀਕ ਹੈ 8 ਸੀਗੀਆਂ, ਬਟ ਐਟ ਪ੍ਰੈਜ਼ੈਂਟ ਕਿੰਨੀਆਂ? 12। 8 ਦਾ ਆਪਸ਼ਨ ਦੇ ਨਹੀਂ ਰੱਖਿਆ, ਆਨਸਰ ਕੀ ਆਊਗਾ? 12, ਠੀਕ ਹੈ। ਕਿੰਨੀਆਂ ਅਨੁਸੂਚੀਆਂ ਨੇ? 12। ਤੁਸੀਂ ਦੇਖ ਹੀ ਲਓ 395 ਆਰਟੀਕਲ ਨੇ, ਠੀਕ ਹੈ 22 ਪਾਰਟ ਨੇ, 22 ਪਾਰਟਸ ਨੇ ਤੇ 12 ਸ਼ੈਡਿਊਲਸ ਨੇ, ਯਾਨੀ ਕਿ 12 ਅਨੁਸੂਚੀਆਂ ਨੇ। ਹੁਣ ਤੁਸੀਂ ਐਵੇਂ ਦੇਖੋ ਕਿ ਜਦੋਂ ਸੰਵਿਧਾਨ ਬਣਿਆ ਸੀਗਾ ਉਦੋਂ 395 ਹੀ ਆਰਟੀਕਲ ਸੀਗੇ, 22 ਹੀ ਪਾਰਟ ਸੀਗੇ, ਬਟ ਜੇ ਆਪਾਂ ਸ਼ਡਿਊਲ ਦੀ ਗੱਲ ਕਰੀਏ ਤਾਂ ਇਹ 8 ਸੀਗੇ, 8 ਸੀਗੇ। ਕਲੀਅਰ ਹੈ ਇੰਨੀ ਗੱਲ? ਬਟ ਐਟ ਪ੍ਰੈਜ਼ੈਂਟ ਕਿੰਨੇ? 12। ਹੁਣ ਇੱਕ ਚੀਜ਼ ਹੋਰ ਦੇਖੋ ਕਿ ਆ 395 ਆਰਟੀਕਲ ਨੇ, ਇਹ ਵੀ ਚੇਂਜ ਹੋ ਕੇ 465 ਪਲੱਸ ਹੋ ਗਏ ਨੇ, ਬਟ ਕਿਵੇਂ? ਯਾਨੀ ਕਿ ਇੱਕ A B C ਐਵੇਂ ਜੋੜ ਕੇ ਟੋਟਲ ਮਿਲਾਈਏ ਤਾਂ ਕਿੰਨੇ ਹੋ ਗਏ? 465। ਕਈ ਵਾਰੀ ਜਿਹੜੇ ਵਧੀਆ ਐਗਜ਼ਾਮਸ ਨੇ ਉਹਨਾਂ ਦੇ ਵਿੱਚ ਪੁੱਛ ਲਿਆ ਜਾਂਦਾ ਕਿ ਮਾਡਰਨ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ, ਮਾਡਰਨ ਜੇ ਨਾਮ ਆ ਜਾਏ ਨਾ ਤਾਂ ਸਮਝ ਜਿਓ ਕਿ ਉਹ ਨਵਾਂ ਹੀ ਪੁੱਛ ਰਿਹਾ ਤੁਹਾਡੇ ਤੋਂ। ਮਾਡਰਨ ਇੰਡੀਅਨ ਕਨਸਟੀਟਿਊਸ਼ਨਸ ਦੇ ਵਿੱਚ ਆਰਟੀਕਲ ਕਿੰਨੇ ਨੇ? ਤਾਂ ਆਪਸ਼ਨ ਦਊਗਾ 465 ਪਲੱਸ ਦਾ ਹੈ। ਕਲੀਅਰ ਹੈ? ਤਾਂ ਉਹ ਆਨਸਰ ਜਿਹੜਾ ਹੋ ਜਾਊਗਾ ਤੁਹਾਡਾ। ਕਲੀਅਰ? ਨੈਕਸਟ ਹੈ, ਸੰਵਿਧਾਨ ਸਭਾ ਨੇ ਕਦੋਂ ਸੰਵਿਧਾਨ ਨੂੰ ਅੰਗੀਕਾਰ ਕੀਤਾ? ਦੇਖੋ ਇੱਕ ਤਾਂ ਹੁੰਦਾ ਕਿ ਬਣਾ ਕੇ ਕੰਪਲੀਟ ਉਹਦੇ ਤੇ ਸਿਗਨੇਚਰ ਹੋ ਗਏ, ਇੱਕ ਹੁੰਦਾ ਪਾਸ ਕਰਨਾ। ਤਾਂ ਅੰਗੀਕਾਰ ਦਾ ਮਤਲਬ ਹੈ ਕਿ ਰੈਡੀ ਹੋ ਗਿਆ ਸੀਗਾ ਬਣ ਕੇ ਤੇ ਉਹਦੇ ਤੇ ਲਾਸਟ ਸਿਗਨੇਚਰ ਹੋ ਗਏ ਸੀਗੇ। ਤਾਂ 26 ਨਵੰਬਰ 1948, 24 ਦਸੰਬਰ 1949, 2 ਅਗਸਤ 1948, ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਇਹਦਾ ਸਹੀ ਆਨਸਰ ਆਊਗਾ 26 ਨਵੰਬਰ 1948। ਕੀ ਸਹੀ ਆਨਸਰ ਆਊਗਾ? 26 ਨਵੰਬਰ 1948। ਇਹਦਾ ਸਹੀ ਆਨਸਰ ਇਹਦੇ ਵਿੱਚੋਂ ਵੈਸੇ ਕੋਈ ਵੀ ਨਹੀਂ ਹੈਗਾ, ਕਿਉਂਕਿ ਦੇਖੋ 26 ਨਵੰਬਰ 1949 ਦੇ ਵਿੱਚ ਹੋਇਆ ਸੀਗਾ ਤੇ 24 ਦਸੰਬਰ 1949 ਦੇ ਰੱਖਿਆ, 2 ਅਗਸਤ 1948 ਦੇ ਰੱਖਿਆ। ਤਾਂ ਇਹਦਾ ਸਹੀ ਆਨਸਰ ਆਊਗਾ ਉਪਰੋਕਤ ਵਿੱਚੋਂ ਕੋਈ ਨਹੀਂ ਤੇ ਆਨਸਰ ਆਊਗਾ 26 ਨਵੰਬਰ 1949। ਇਹਦੇ ਵਿੱਚ ਬਣ ਕੇ ਇਹਦੇ ਅੰਗੀਕਾਰ ਹੋ ਗਿਆ ਸੀ। ਤੇ ਪਾਸ ਪੁੱਛਿਆ ਜਾਏ ਤਾਂ ਤੁਸੀਂ ਆਨਸਰ ਦੇ ਦੋਗੇ 26 ਜਨਵਰੀ 1950। ਪਾਸ ਪੁੱਛਿਆ ਜਾਏ ਤਾਂ ਤੁਸੀਂ ਆਨਸਰ ਕੀ ਦੇ ਦੋਗੇ? 26 ਜਨਵਰੀ 1950। ਬਟ ਜੇ ਅੰਗੀਕਾਰ ਦਾ ਆਪਸ਼ਨ ਆਵੇ 26 ਨਵੰਬਰ 1949, ਇਹਦੇ ਵਿੱਚ ਆਪਸ਼ਨ ਹੈ ਨਹੀਂਗਾ। ਉਸ ਤੋਂ ਬਾਅਦ ਚੱਲਦੇ ਹਾਂ ਨੈਕਸਟ ਕੁਐਸਚਨ ਤੇ। ਸੰਵਿਧਾਨ ਸਭਾ ਦਾ ਗਠਨ ਕੈਬਨਿਟ ਦੀ ਸਿਫਾਰਿਸ਼ ਤੇ ਕਦੋਂ ਹੋਇਆ ਸੀ? 16 ਮਈ 1946, 26 ਜਨਵਰੀ 1947, 26 ਅਗਸਤ 1945, 2 ਜੁਲਾਈ 1948। ਤਾਂ ਇਹਦਾ ਸਹੀ ਆਨਸਰ ਆਊਗਾ 16 ਮਈ 1946 ਵਿੱਚ, ਠੀਕ ਹੈ। ਸਹੀ ਆਨਸਰ ਆਊਗਾ 16 ਮਈ 1946। 16 ਮਈ 1946 ਨੂੰ ਕੈਬਨਿਟ ਮਿਸ਼ਨ ਆਇਆ ਸੀਗਾ ਜਦੋਂ ਕਿ ਇੰਗਲੈਂਡ ਦਾ ਪ੍ਰਧਾਨ ਮੰਤਰੀ ਸੀਗਾ ਇਟਲੀ ਸੀਗਾ ਗਾਂਧੀ ਦਾ ਦੋਸਤ, ਠੀਕ ਹੈ। ਤਾਂ ਗਾਂਧੀ ਦਾ ਦੋਸਤ ਸੀ, ਇਸ ਦਾ ਵੀ ਬਹੁਤ ਜ਼ਿਆਦਾ ਬੈਨੀਫਿਟ ਹੋਇਆ ਸੀਗਾ ਉਦੋਂ। ਕਲੀਅਰ ਹੈ ਇੰਨੀ ਗੱਲ? ਤਾਂ ਇਹ ਤੁਸੀਂ ਯਾਦ ਰੱਖਣਾ ਹੈ ਕਿ ਕਦੋਂ ਆਇਆ ਸੀ। ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਸੰਵਿਧਾਨ ਸਭਾ ਬਣਨੀ ਸ਼ੁਰੂ ਹੋ ਗਈ ਸੀ। ਉਸ ਤੋਂ ਬਾਅਦ ਨੈਕਸਟ ਕੁਐਸਚਨ, ਸਮੁੱਚਾ ਸੰਵਿਧਾਨ ਕਦੋਂ ਲਾਗੂ ਹੋਇਆ? ਆ ਮੈਂ ਤੁਹਾਨੂੰ ਦੱਸਦਾ ਕਦੋਂ, 26 ਜਨਵਰੀ 1950। 26 ਜਨਵਰੀ ਨੂੰ ਮਨਾਇਆ ਜਾਂਦਾ ਜੀ ਰਿਪਬਲਿਕ ਡੇ। ਕੀ ਮਨਾਉਂਦੇ ਆਪਾਂ? ਰਿਪਬਲਿਕ ਡੇ। ਹੁਣ ਰਿਪਬਲਿਕ ਦਾ ਮੀਨਿੰਗ ਕੀ ਹੈ? ਇੱਥੇ ਰਿਪਬਲਿਕ ਵਰਡ ਜਿਹੜਾ ਹੈ ਉਹ ਬਹੁਤ ਵੱਡਾ ਮੀਨਿੰਗ ਰੱਖਦਾ। ਰਿਪਬਲਿਕ ਕੀ ਮੀਨਿੰਗ ਰੱਖਦਾ ਹੈ ਕਿ ਦਾ ਹੈਡ ਆਫ ਸਟੇਟ ਇਜ਼ ਇਲੈਕਟਿਡ। The head of state is elected। ਕਹਿਣ ਦਾ ਮਤਲਬ ਇਹ ਹੈ ਕਿ ਆਪਣੇ ਇੱਥੇ ਰਾਜਾ ਰਾਣੀ ਦਾ ਰਾਜ ਨਹੀਂ ਹੈਗਾ ਕਿ ਰਾਜਾ ਦਾ ਬੇਟਾ ਰਾਜਾ ਬਣੂਗਾ ਜਾਂ ਐਵੇਂ ਦਾ ਕੁਝ ਨਹੀਂ ਹੈਗਾ। ਆਪਣੇ ਇੱਥੇ ਕੀ ਹੈ ਕਿ ਹੈਡ ਆਫ ਸਟੇਟ ਕੌਣ ਹੈ? ਪਹਿਲੀ ਗੱਲ ਤਾਂ ਪ੍ਰੈਜ਼ੀਡੈਂਟ, ਠੀਕ ਹੈ। ਕੌਣ ਹੈ? ਪ੍ਰੈਜ਼ੀਡੈਂਟ ਹੈ। ਤੇ ਉਹ ਤੁਹਾਨੂੰ ਪਤਾ ਹੈ ਕਿ ਇਲੈਕਸ਼ਨ ਨਾਲ ਆਉਂਦਾ ਹੈ, ਕਿ ਇਲੈਕਸ਼ਨ ਹੁੰਦੇ ਆ ਉਹਦੇ ਵਾਸਤੇ। ਕਲੀਅਰ? ਉਸ ਤੋਂ ਬਾਅਦ ਚੱਲਦੇ ਆ ਨੈਕਸਟ ਕੁਐਸਚਨ ਤੇ। ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਬ੍ਰਿਟੇਨ ਦੇ ਸੰਵਿਧਾਨ ਤੋਂ ਲਈ ਗਈ ਹੈ? ਇਹ ਮੈਂ ਐਪ ਤੇ ਜਿਹੜੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਤਾਂ ਮੈਂ ਇਹ ਟੌਪਿਕ ਕਰਵਾਤਾ ਸੀਗਾ ਤੇ ਇਸ ਟੌਪਿਕ ਦੇ ਵਿੱਚੋਂ ਪੇਪਰ ਦੇ ਵਿੱਚ ਕੁਐਸਚਨ ਵੀ ਆਉਂਦਾ ਹੈ ਤਾਂ ਥੋੜਾ ਜਿਹਾ ਧਿਆਨ ਨਾਲ ਦੇਖੋ। ਇਹ ਨੇ ਕਿ ਵਿਦੇਸ਼ੀ ਸਰੋਤ, ਭਾਰਤ ਸੰਵਿਧਾਨ ਦੇ ਵਿਦੇਸ਼ੀ ਸਰੋਤ। ਸੰਸਦੀ ਸਰਕਾਰ ਐਵੇਂ ਪੁੱਛੇਗੀ ਕਿ ਕਿਹੜੀ ਨਹੀਂ ਲਈ ਗਈ, ਮਤਲਬ ਇਹਨਾਂ ਚਾਰਾਂ ਵਿੱਚੋਂ ਆਪਾਂ ਐਵੇਂ ਦੱਸਣੇ ਕਿ ਕਿਹੜੀ ਨਹੀਂ ਲਈ ਗਈ ਹੈ। ਸਰਵ ਉੱਚ ਅਦਾਲਤ, 2 ਸਦਨ,
ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਦੇਖੋ ਮੇਰੀ ਗੱਲ ਸੁਣੋ, ਜਿਹੜੀ ਸੰਸਦੀ ਗਵਰਨਮੈਂਟ ਹੈ ਨਾ, ਪਾਰਲੀਮੈਂਟਰੀ ਸਿਸਟਮ, ਉਹ ਆਪਾਂ ਇੰਗਲੈਂਡ ਤੋਂ ਹੀ ਲਿਆ ਤੇ ਇਹ ਤਾਂ ਆਨਸਰ ਹੋ ਨਹੀਂ ਸਕਦਾ। ਸਰਵ ਉੱਚ ਅਦਾਲਤ ਜਿਹੜੀ ਹੈ ਇਹ ਅਮਰੀਕਾ ਤੋਂ ਲਈ ਹੈ। ਕਿੱਥੋਂ ਲਈ ਹੈ? ਅਮਰੀਕਾ ਤੋਂ। ਜਿੰਨਾ ਵੀ ਕੋਰਟ ਸਿਸਟਮ ਹੈ ਉਹ ਅਮਰੀਕਾ ਦਾ ਲਿਆ ਹੋਇਆ। ਦੋ ਸਦਨ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਹੀ ਹੁੰਦੇ ਦੋ ਸਦਨ, ਤਾਂ ਦੋ ਸਦਨ ਕਿੱਥੋਂ ਲਏ ਆਪਾਂ? ਇੰਗਲੈਂਡ ਤੋਂ। ਤਾਂ ਇਹਦਾ ਸਹੀ ਆਨਸਰ ਆ ਜਾਊਗਾ ਸਰਵ ਉੱਚ ਅਦਾਲਤ, ਇਹ ਅਮਰੀਕਾ ਤੋਂ ਲਿਆ ਗਿਆ। ਉਸ ਤੋਂ ਬਾਅਦ ਚੱਲਦੇ ਨੈਕਸਟ ਕੁਐਸਚਨ, ਸੰਯੁਕਤ ਰਾਜ ਅਮਰੀਕਾ ਦੇ ਸੰਵਿਧਾਨ ਤੋਂ ਅਸੀਂ ਕਿਹੜੀ ਵਿਸ਼ੇਸ਼ਤਾ ਨਹੀਂ ਪ੍ਰਾਪਤ ਕੀਤੀ? ਮਤਲਬ ਇਹਦੇ ਵਿੱਚ ਵੀ ਨਹੀਂ ਤੇ ਆ ਨਹੀਂ ਤੇ ਹੈ ਵਾਲਾ ਜਿਹੜਾ ਕਨਸੈਪਟ ਹੈ ਨਾ, ਇਹ ਬਹੁਤ ਕੁਐਸਚਨ ਗਲਤ ਕਰਾਉਂਦਾ ਐਗਜ਼ਾਮ ਦੇ ਵਿੱਚ, ਤੇ ਇਹਨੂੰ ਥੋੜਾ ਜਿਹਾ ਤੁਸੀਂ ਸੋਚ ਸਮਝ ਕੇ ਚੱਲਣਾ। ਸਰਵ ਉੱਚ ਅਦਾਲਤ ਠੀਕ ਹੈ ਲਈ ਹੈ, ਇਹ ਮੈਂ ਤੁਹਾਨੂੰ ਪਿੱਛੇ ਹੀ ਦੱਸਿਆ ਕਿ ਸੰਯੁਕਤ ਰਾਜ ਅਮਰੀਕਾ ਤੋਂ ਲਈ ਹੈ। ਭਾਰਤ ਦੇ ਰਾਸ਼ਟਰਪਤੀ ਦਾ ਅਧਿਕਾਰ, ਰਾਸ਼ਟਰਪਤੀ ਪ੍ਰੈਜ਼ੀਡੈਂਟ ਦਾ ਜਿੰਨਾ ਵੀ ਲੇਖਾ ਜੋਖਾ ਆਲਮੋਸਟ 90% ਪਾਰਟ ਜਿਹੜਾ ਉਹ ਅਮਰੀਕਾ ਤੋਂ ਹੀ ਲਿਆ ਹੋਇਆ। ਦੋ ਸਦਨ, ਇਹ ਤੁਹਾਨੂੰ ਪਤਾ ਕਿੱਥੋਂ ਲਿਆ? ਇੰਗਲੈਂਡ ਤੋਂ, ਤੇ ਆਨਸਰ ਵੀ ਆਹੀ ਹੋ ਜਾਊਗਾ। ਠੀਕ ਹੈ, ਦੋ ਸਦਨ ਜਿਹੜੇ ਨੇ ਉਹ ਅਮਰੀਕਾ ਤੋਂ ਨਹੀਂ ਲਏ ਗਏ, ਇੰਗਲੈਂਡ ਤੋਂ ਲੈ ਗਏ। ਕੈਨੇਡਾ ਦੇ ਸੰਵਿਧਾਨ ਤੋਂ ਅਸੀਂ ਕੀ ਲਿਆ? ਕੈਨੇਡਾ ਦੇ ਸੰਵਿਧਾਨ ਤੋਂ ਅਸੀਂ ਕੀ ਲਿਆ? ਮੌਲਿਕ ਅਧਿਕਾਰ ਲਏ ਨੇ, ਸੰਘਾਤਮਕ ਸਰੂਪ ਲਿਆ, ਸਰਵ ਉੱਚ ਅਦਾਲਤ ਲਈ ਹੈ, ਰਾਜ ਦੇ ਨੀਤੀ ਨਿਰਦੇਸ਼ਕ ਯਾਨੀ DPSP ਲਏ ਨੇ, ਜਾਂ ਕੋਰਟ ਲਿਆ, ਜਾਂ ਫੈਡਰਲ ਸਿਸਟਮ ਲਿਆ। ਸੰਘਾਤਮਕ ਸਰੂਪ ਨੂੰ ਇੰਗਲਿਸ਼ ਕਹਿੰਦੇ ਫੈਡਰਲ, ਜਾਂ ਫੰਡਾਮੈਂਟਲ ਰਾਈਟਸ ਲਏ ਨੇ। ਤਾਂ ਦੇਖੋ ਫੰਡਾਮੈਂਟਲ ਰਾਈਟਸ ਨੇ ਜੀ ਆਪਣੇ ਕਿੱਥੋਂ ਦੇ? ਅਮਰੀਕਾ ਦੇ। ਸੰਘਾਤਮਕ ਸਰੂਪ ਦੀ ਆਪਾਂ ਦੀ ਗੱਲ ਕਰੀਏ ਤੇ ਇਹ ਆਪਾਂ ਕਿੱਥੋਂ ਲਈ ਹੋਈ ਹੈ? ਕੈਨੇਡਾ ਤੋਂ। ਕਿੱਥੋਂ ਲਈ ਹੈ? ਕੈਨੇਡਾ ਤੋਂ। ਸਰਵ ਉੱਚ ਅਦਾਲਤ ਦੀ ਜੇ ਆਪਾਂ ਗੱਲ ਕਰੀਏ ਤੇ ਇਹ ਲਈ ਗਈ ਹੈ ਕਿੱਥੋਂ? ਇਹ ਲਈ ਗਈ ਹੈ ਅਮਰੀਕਾ ਤੋਂ। ਠੀਕ ਹੈ, ਰਾਜ ਦੇ ਨੀਤੀ ਨਿਰਦੇਸ਼ਕ ਤੱਤਵ ਆਇਰਲੈਂਡ ਤੋਂ ਲੈ ਗਏ ਨੇ। ਤਾਂ ਸਾਰੇ ਦੇ ਸਾਰੇ ਆਨਸਰ ਮੈਂ ਤੁਹਾਨੂੰ ਦੱਸਦੇ ਨੇ ਕਲੀਅਰ ਕਰਕੇ। ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ, ਆਇਰਲੈਂਡ ਦੇ ਸੰਵਿਧਾਨ ਤੋਂ ਕੀ ਪ੍ਰਾਪਤ ਕੀਤਾ? ਹੁਣੇ ਦੱਸਿਆ ਸੀ ਮੈਂ, ਸਰਵ ਉੱਚ ਅਦਾਲਤ, ਉਹੀ ਗੱਲ ਅਮਰੀਕਾ। ਤੁਹਾਨੂੰ ਪੂਰੇ ਤਰੀਕੇ ਨਾਲ ਰੱਟੇ ਜਾਣਗੇ ਕੁਐਸਚਨ। ਮੌਲਿਕ ਅਧਿਕਾਰ ਅਮਰੀਕਾ, ਰਾਜ ਦੇ ਨੀਤੀ ਨਿਰਦੇਸ਼ਕ ਤੱਤਵ ਮੈਂ ਤੁਹਾਨੂੰ ਦੱਸਿਆ ਕਿੱਥੋਂ? ਆਇਰਲੈਂਡ ਤੋਂ। ਤਾਂ ਆਨਸਰ ਹੋ ਗਿਆ ਇਹ। ਤੇ ਏਕਾਤਮਕ ਸਰੂਪ, ਜਿਹੜਾ ਏਕਾਤਮਕ ਸਿਸਟਮ ਹੈ ਉਹ ਵੀ ਮੇਰੇ ਖਿਆਲ ਚ ਆਪਾਂ ਅਮਰੀਕਾ ਤੋਂ ਹੀ ਲਿਆ। ਠੀਕ ਹੈ, ਨੈਕਸਟ ਕੁਐਸਚਨ ਦੇਖਦੇ ਆਪਾਂ, ਭਾਰਤ ਵਿੱਚ ਨਿਆਂਪਾਲਿਕਾ ਕਿਸ ਦੇ ਅਧੀਨ ਆਉਂਦੀ ਹੈ? ਸੁਤੰਤਰ ਹੈ, ਰਾਸ਼ਟਰਪਤੀ ਹੇਠ ਹੁੰਦੀ ਹੈ, ਪ੍ਰਧਾਨ ਮੰਤਰੀ ਹੇਠ ਹੁੰਦੀ ਹੈ, ਮੁੱਖ ਮੰਤਰੀ ਹੇਠ ਹੁੰਦੀ ਹੈ। ਤਾਂ ਜਿਹੜੀ ਨਿਆਂਪਾਲਿਕਾ ਹੈ ਨਾ, ਜੁਡੀਸ਼ਰੀ, ਉਹਨੂੰ ਇੰਡੀਪੈਂਡੈਂਟ ਰੱਖਿਆ ਗਿਆ, ਤਾਂ ਆਨਸਰ ਕੀ ਆਊਗਾ? ਸੁਤੰਤਰ। ਜਿਹਨੇ ਮੇਰੀ ਪਹਿਲੀ ਕਲਾਸ ਦੇਖੀ ਹੋਊਗੀ ਨਾ ਪੋਲਿਟੀ ਤੇ, ਉਹਦੇ ਵਿੱਚ ਵੀ ਇਹਦਾ ਆਨਸਰ ਹੈ ਸੁਤੰਤਰ ਹੈ, ਕਿਉਂਕਿ ਆਪਦੇ ਫੈਸਲੇ ਲੈਣ ਵਾਸਤੇ ਇੰਡੀਪੈਂਡੈਂਟ ਹੈ ਕੌਣ? ਜੁਡੀਸ਼ਰੀ। ਕਲੀਅਰ ਹੈ? ਜੇ ਇੰਡੀਪੈਂਡੈਂਟ ਹੀ ਨਹੀਂ ਹੋਗੀ ਤਾਂ ਫਿਰ ਜੁਡੀਸ਼ਰੀ ਦੀ ਗੱਲ ਕੌਣ ਮੰਨੂਗਾ? ਕੋਈ ਵੀ ਨਹੀਂ ਮੰਨੂਗਾ ਨਾ। ਤਾਂ ਸਹੀ ਆਨਸਰ ਕੀ ਆ ਜਾਊਗਾ? ਸੁਤੰਤਰ ਹੈ। ਠੀਕ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਠੀਕ ਹੈ? ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ, ਭਾਰਤ ਇੱਕ ਧਰਮ ਤੋਂ ਨਿਰਧਾਰਿਤ ਹੈ, ਭਾਰਤ ਹਿੰਦੂ ਰਾਸ਼ਟਰ ਹੈ, ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਦੇਖੋ ਭਾਰਤ ਵਿੱਚ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਹੈ। ਠੀਕ ਹੈ, ਤਾਂ ਇਸ ਕਰਕੇ ਉਹ ਕਿਸੇ ਵੀ ਧਰਮ ਦਾ ਸਾਥ ਨਹੀਂ ਦਿੰਦਾ ਤੇ ਨਾ ਹੀ ਕਿਸੇ ਧਰਮ ਨੂੰ ਐਵੇਂ ਕਹਿੰਦਾ ਕਿ ਮੈਂ ਤੁਹਾਡਾ, ਬਸ ਆਪਣੇ ਜੋ ਗਲਤ ਹੈ ਉਹਨੂੰ ਗਲਤ ਕਹਿੰਦਾ, ਜੋ ਠੀਕ ਹੈ ਉਹਨੂੰ ਠੀਕ ਕਹਿੰਦਾ। ਤਾਂ ਇਹਦਾ ਸਹੀ ਆਨਸਰ ਕੀ ਆਊਗਾ? ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ। ਠੀਕ ਹੈ, ਜਦੋਂ ਪ੍ਰੀਐਮਬਲ ਪੜ੍ਹਦੇ ਆ ਤੇ ਉਹਦੇ ਵਿੱਚ ਲਿਖਿਆ ਹੋਇਆ ਵੀ ਹੈਗੀ ਹੈ ਚੀਜ਼। ਠੀਕ ਹੈ, ਨੈਕਸਟ ਕੁਐਸਚਨ, ਭਾਰਤ ਦਾ ਸੰਵਿਧਾਨ ਜਦੋਂ ਪਾਸ ਹੋਇਆ ਤਾਂ ਕਿੰਨੀਆਂ ਧਾਰਾਵਾਂ ਤੇ ਅਨੁਛੇਦ ਸਨ? 395, ਇਹ ਮੈਂ ਪਹਿਲਾਂ ਦੱਸਤਾ ਹੈ ਤੁਹਾਨੂੰ, 5 ਧਾਰਾਵਾਂ, 395 ਅਨੁਛੇਦ ਅਤੇ 12 ਧਾਰਾਵਾਂ, 205 ਅਨੁਛੇਦ ਅਤੇ 11 ਧਾਰਾਵਾਂ। ਇਹਨਾਂ ਵਿੱਚੋਂ ਕੋਈ ਵੀ ਨਹੀਂ, ਉਪਰੋਕਤ ਵਿੱਚੋਂ ਕੋਈ ਨਹੀਂ। ਆ ਆਨਸਰ ਜਿਹੜਾ ਇਹਦਾ ਸਹੀ ਆਊਗਾ, ਮੈਂ ਤੁਹਾਨੂੰ ਦੱਸਦਾ ਸੀ 395 ਅਨੁਛੇਦ, 22 ਭਾਗ ਤੇ 8 ਅਨੁਛੇਦ ਸੀਗੇ। ਐਵੇਂ ਪੁੱਛਿਆ ਗਿਆ ਕਿ ਜਦੋਂ ਪਾਸ ਕੀਤਾ ਗਿਆ ਸੀ, ਜਦੋਂ ਪਾਸ ਕੀਤਾ ਗਿਆ ਸੀ ਉਦੋਂ 8 ਸੀ, ਸ਼ੈਡਿਊਲਸ ਵੀ, ਤੇ 12 ਹੁਣ ਨੇ। ਕਲੀਅਰ ਹੈ? ਤੇ ਇਹ ਆ ਜਾਊਗਾ ਇਹਦਾ ਆਨਸਰ। ਉਸ ਤੋਂ ਬਾਅਦ ਨੈਕਸਟ ਕੁਐਸਚਨ, ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਦਾ ਅਧਿਅਕਸ਼ ਕੌਣ ਸੀ? ਇਹ ਮੈਂ ਤੁਹਾਨੂੰ ਆਲਰੇਡੀ ਐਕਸਪਲੇਨ ਕਰਤਾ। ਕੌਣ ਹੈ? ਡਾਕਟਰ ਸਚਿਦਾਨੰਦ ਸਿਨਹਾ, ਡਾਕਟਰ BR ਅੰਬੇਡਕਰ, ਡਾਕਟਰ ਰਾਜਿੰਦਰ ਪ੍ਰਸਾਦ, ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਸਹੀ ਆਨਸਰ ਜਿਹੜਾ ਆਊਗਾ ਡਾਕਟਰ ਸਚਿਦਾਨੰਦ ਸਿਨਹਾ ਸੀ। ਕਲੀਅਰ ਹੈ ਇੰਨਾ? ਇਹ ਰਸ਼ੀਅਨ ਮਾਡਲ ਹੈ, ਰਸ਼ੀਅਨ ਸੀਗੇ ਨਾ, ਉਹਨਾਂ ਨੇ ਚੁਣਿਆ ਸੀਗਾ ਕਿ ਜਿਹੜੇ ਆਪਣੀ ਸੰਵਿਧਾਨ ਸਭਾ ਹੈ ਨਾ, ਉਹਦਾ ਪਹਿਲਾ ਜਦੋਂ ਬਣਨ ਲੱਗੇ ਤਾਂ ਉਹਦਾ ਪਹਿਲਾ ਜਿਹੜਾ ਅਧਿਅਕਸ਼ ਉਹਨਾਂ ਨੇ ਚੁਣਿਆ ਸੀ ਉਹ ਬਜ਼ੁਰਗ ਸੀ, ਤੇ ਉਦਾਂ ਹੀ ਡਾਕਟਰ ਸਚਿਦਾਨੰਦ ਸਿਨਹਾ ਦੀ ਏਜ ਸਭ ਤੋਂ ਜ਼ਿਆਦਾ ਸੀਗੀ, ਇਸ ਕਰਕੇ ਇਹਨਾਂ ਨੂੰ ਬਣਾਇਆ ਗਿਆ। ਉਸ ਤੋਂ ਬਾਅਦ ਨੈਕਸਟ ਕੁਐਸਚਨ ਤੇ ਚੱਲਦੇ ਹਾਂ,
ਸੰਵਿਧਾਨ ਸਭਾ ਨੇ ਉਦੇਸ਼ ਪ੍ਰਸਤਾਵ ਕਦੋਂ ਸਵੀਕਾਰ ਕੀਤਾ? ਉਦੇਸ਼ਯ ਪ੍ਰਸਤਾਵ 13 ਦਸੰਬਰ 1946 ਨੂੰ ਲੈ ਕੇ ਆਏ ਸੀਗੇ ਜਵਾਹਰ ਲਾਲ ਨਹਿਰੂ। ਠੀਕ ਹੈ, ਕੌਣ ਲੈ ਕੇ ਆਏ ਸੀ? ਜਵਾਹਰ ਲਾਲ ਨਹਿਰੂ। ਤੇ ਐਵੇਂ ਪੁੱਛਿਆ ਗਿਆ ਕਿ ਸਵੀਕਾਰ ਕਦੋਂ ਕੀਤਾ ਗਿਆ? 22 ਜਨਵਰੀ 1947, 16 ਅਗਸਤ 1950, 22 ਜੁਲਾਈ 1948 ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਇਹਦਾ ਸਹੀ ਆਨਸਰ ਜਿਹੜਾ ਆਊਗਾ ਉਹ ਆਊਗਾ ਜੀ 22 ਕੀ ਕਹਿੰਦੇ ਨੇ ਜਨਵਰੀ 1947। 22 ਜਨਵਰੀ 1947 ਨੂੰ ਪਾਸ ਕੀਤਾ ਗਿਆ ਸੀਗਾ। ਤੇ ਇੱਕ ਹੋਰ ਚੀਜ਼ ਜੋ ਇਸ ਕੁਐਸਚਨ ਤੋਂ ਵੀ ਇੰਪੋਰਟੈਂਟ ਹੈ ਕੀ ਹੈ ਕਿ ਦੇਖੋ ਉਦੇਸ਼ਯ ਪ੍ਰਸਤਾਵ ਦਾ ਬਦਲਾ ਹੋਇਆ ਰੂਪ ਹੀ ਕੀ ਹੈ? ਪ੍ਰਸਤਾਵਨਾ ਹੈ। ਜਿਹੜੀ ਪ੍ਰੀਐਮਬਲ ਹੈ ਉਹ ਕਿਹਦਾ ਚੇਂਜੇਬਲ ਮਤਲਬ ਉਹ ਹੈ ਚੇਂਜੇਬਲ ਪਾਰਟ ਹੈ ਕਿਹਦਾ ਹੈ? ਉਦੇਸ਼ਯ ਪ੍ਰਸਤਾਵ ਦਾ ਹੀ। ਕਲੀਅਰ ਹੈ? ਉਹਨੂੰ ਹੀ ਬਦਲ ਕੇ ਬਾਅਦ ਚ ਕਨਵਰਟ ਕਰ ਦਿੱਤਾ ਗਿਆ ਕਿਹਦੇ ਵਿੱਚ? ਉਦੇਸ਼ਯ ਉਹਦੇ ਵਿੱਚ ਪ੍ਰਸਤਾਵਨਾ ਵਿੱਚ, ਪ੍ਰੀਐਮਬਲ ਦੇ ਵਿੱਚ। ਕਲੀਅਰ? ਚਲੋ ਨੈਕਸਟ ਕੁਐਸਚਨ ਦੀ ਗੱਲ ਆਪਾਂ ਕਰਦੇ ਹਾਂ। ਸੰਵਿਧਾਨ ਸਭਾ ਨੇ ਰਾਸ਼ਟਰ ਗੀਤ ਨੂੰ ਕਦੋਂ ਅਪਣਾਇਆ? 24 ਜਨਵਰੀ 1950, 27 ਜਨਵਰੀ 1949, 15 ਅਗਸਤ 1956। ਤਾਂ ਇੱਕ ਦੇਖੋ ਕੁਐਸਚਨ ਦੇਖੋ ਇਹਦਾ ਆਨਸਰ ਤਾਂ ਆਊਗਾ 24 ਜਨਵਰੀ 1950। ਚਾਹੇ ਤੁਹਾਡੇ ਕੋਲੋਂ ਕੀ ਪੁੱਛ ਲਿਆ ਜਾਏ, ਰਾਸ਼ਟਰ ਗਾਨ ਪੁੱਛ ਲਿਆ ਜਾਏ ਜਾਂ ਰਾਸ਼ਟਰ ਗੀਤ ਪੁੱਛ ਲਿਆ ਜਾਏ ਜਾਂ ਝੰਡਾ ਪੁੱਛ ਲਿਆ ਜਾਏ, ਤਾਂ ਆਨਸਰ ਕੀ ਆਊਗਾ? 24 ਜਨਵਰੀ 1950 ਨੂੰ ਅਪਣਾਇਆ ਸੀਗਾ। ਕਲੀਅਰ ਹੈ? ਕੋਈ ਡਾਊਟ ਇੱਥੋਂ ਤੱਕ? ਤੇ ਆ ਸੀਗੇ ਆਪਣੇ ਅੱਜ ਦੇ ਕੁਐਸਚਨ। ਠੀਕ ਹੈ, ਤੇ ਮਿਲਦੇ ਆ ਨੈਕਸਟ ਕਲਾਸ ਦੇ ਵਿੱਚ। ਜੇ ਕੁਐਸਚਨ ਵਧੀਆ ਲੱਗੇ ਹੋਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਥੈਂਕ ਯੂ ਸੋ ਮਚ।